ਸਤਿ ਸ਼੍ਰੀ ਅਕਾਲ। ਸਵਾਗਤ ਹੈ ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਗੁਰਪ੍ਰੀਤ ਸਿੰਘ। ਕੋਰੋਨਾ ਮਹਾਮਾਰੀ ਦੇ ਵਿਚਕਾਰ ਇੱਕ ਨਵਾਂ ਵਿਵਾਦ ਜੋ ਹੈ ਉਹ ਪੈਦਾ ਹੋਇਆ ਹੈ ਬਾਹਰੋਂ ਆਏ ਸ਼ਰਧਾਲੂਆਂ ਨੂੰ ਲੈ ਕੇ, ਜੋ ਦੂਜੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਐਂਟਰ ਕੀਤੇ ਨੇ। ਉਹਨਾਂ ਦੇ ਵਿੱਚੋਂ ਹੁਣ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਪੋਜ਼ਿਟਿਵ ਨਿਕਲਣੇ ਸ਼ੁਰੂ ਹੋ ਗਏ ਨੇ। ਉਸ ਨੂੰ ਲੈ ਕੇ ਹੁਣ ਆਰੋਪ ਪ੍ਰਤੀ ਆਰੋਪ, ਵਿਵਾਦ, ਇਹ ਸਭ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਪੋਲੀਟੀਕਲ ਪਾਰਟੀਆਂ ਦਾ ਆਪਣਾ ਨੈਰੇਟਿਵ ਹੈ, ਉਹ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ ਨੇ। ਪ੍ਰਸ਼ਾਸਨ ਤੇ ਕੁਝ ਸਵਾਲ ਉੱਠ ਰਹੇ ਨੇ ਕਿ ਪਹਿਲਾ ਲੋਟ ਜਦੋਂ ਆਇਆ ਸੀ ਅੰਮ੍ਰਿਤਸਰ ਦੇ ਵਿੱਚ ਤਾਂ ਉਹ ਸਾਰੇ ਸ਼ਰਧਾਲੂ ਆਪਣੇ ਘਰਾਂ ਨੂੰ ਕਿਉਂ ਜਾਣ ਦਿੱਤੇ ਗਏ, ਉਹਨਾਂ ਨੂੰ ਰੋਕਿਆ ਕਿਉਂ ਨਹੀਂ ਗਿਆ। ਔਰ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇੰਨੇ ਦਿਨ ਦੇ ਜਦੋਂ ਸ਼ਰਧਾਲੂ ਹਜ਼ੂਰ ਸਾਹਿਬ ਬੈਠੇ ਸੀ ਉੱਥੇ ਉਹਨਾਂ ਨੂੰ ਕੋਈ ਦਿੱਕਤ ਕਿਉਂ ਨਹੀਂ ਆਈ, ਅਚਾਨਕ ਉਹ ਪੰਜਾਬ ਪਹੁੰਚ ਕੇ ਕਿਵੇਂ ਪੋਜ਼ਿਟਿਵ ਹੋ ਗਏ। ਸੋ ਅੱਜ ਸਾਡੇ ਨਾਲ ਇੱਕ ਬਹੁਤ ਅਹਿਮ ਸ਼ਖਸ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੌਜੂਦ ਨੇ। ਰਵਿੰਦਰ ਸਿੰਘ ਗੋਂਗਈ, ਜਿਹੜੇ ਜਨਰਲ ਸੈਕਟਰੀ ਨੇ ਤਖਤ ਸ਼੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ, ਤਖਤ ਜੋ ਗੁਰਦੁਆਰਾ ਦਰਬਾਰ ਸਾਹਿਬ ਹੈ ਉੱਥੇ ਨਾਂਦੇੜ, ਉਸ ਦੇ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਨੇ। ਉਹ ਸਾਡੇ ਨਾਲ ਗੱਲ ਕਰਨਗੇ। ਰਵਿੰਦਰ ਜੀ, ਸਵਾਗਤ ਹੈ ਤੁਹਾਡਾ ਜਗਬਾਣੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹੁੰਦੇ ਆ ਕਿ ਕਿੰਨੇ ਸ਼ਰਧਾਲੂ ਸੀਗੇ ਤੁਹਾਡੇ ਕੋਲ ਔਰ ਕਿੰਨੇ ਦਿਨਾਂ ਦੇ ਉਹ ਰੁਕੇ ਹੋਏ ਸੀਗੇ ਉੱਥੇ? ਸਾਡੇ ਕੋਲ ਜਦੋਂ ਤੋਂ ਹੋਲਾ ਮਹੱਲਾ ਸੀਗਾ ਉਦੋਂ ਤੋਂ ਸੰਗਤ ਆਈ ਸੀਗੀ ਤੇ 4000 ਜਿਹੜੀ ਸੰਗਤ ਲਾਕਡਾਊਨ ਨਹੀਂ ਲੱਗਿਆ ਸੀਗਾ ਉਸ ਤੋਂ ਪਹਿਲਾਂ ਜਿੰਨੇ ਜਾ ਸਕਦੀ, ਜਿਹਦੇ ਟਿਕਟ ਵਾਪਸੀ ਦੇ ਕਿਰਾਏ ਸੀ ਤੇ ਜਿਹੜੇ ਕਿਰਾਏ ਹੋਏ ਸੀ ਉਹ ਚਲੇ ਗਏ, ਔਰ ਜਿਹਦੇ ਟਿਕਟ ਲਾਕਡਾਊਨ ਬਾਅਦ ਲਾਕਡਾਊਨ ਹੋ ਗਿਆ ਉਸ ਕਰਕੇ ਉਹ ਸੰਗਤ ਸਾਰੀ ਰੁਕ ਗਈ ਤੇ 4000 ਦੀ ਗਿਣਤੀ ਵਿੱਚ ਸਾਡੇ ਕੋਲ ਸੰਗਤ ਸੀਗੀ। ਇਹ ਕਿੰਨੇ ਕੁ ਦਿਨ ਤੁਹਾਡੇ ਕੋਲ ਰੁਕੇ ਰਹੇ ਜੀ? ਘੱਟ ਤੋਂ ਘੱਟ 40-50 ਦਿਨ ਸਾਡੇ ਕੋਲ ਸੀਗੇ ਇੱਥੇ। 40-45 ਦਿਨ, ਕਿਸੇ ਨੂੰ 50 ਦਿਨ ਹੋ ਗਏ, ਕਿਸੇ ਨੂੰ 40 ਦਿਨ ਹੋ ਗਏ। ਠੀਕ ਹੈ। ਤੇ ਇਹਨਾਂ ਨੂੰ ਉੱਥੇ ਰਹਿਣ ਦੌਰਾਨ ਜਦੋਂ 40-50 ਦਿਨ ਉੱਥੇ ਇਹ ਰਹੇ, ਉਹਨਾਂ ਦਿਨਾਂ ਦੌਰਾਨ ਇਹਨਾਂ ਨੂੰ ਕੋਈ ਕਿਸੇ ਕਿਸਮ ਦੇ ਲੱਛਣ, ਸਿੰਪਟਮ ਕੋਰੋਨਾ ਦੇ ਜਿੱਦਾਂ ਦੇ ਆਉਂਦੇ ਆ, ਖਾਂਸੀ, ਜ਼ੁਕਾਮ, ਬੁਖਾਰ, ਇਦਾਂ ਦਾ ਕੁਝ ਦਿਖਾਈ ਦਿੱਤਾ? ਕੁਝ ਵੀ ਨਹੀਂ। ਸਾਡੇ ਕੋਲ ਜਦੋਂ ਤੋਂ ਸੀਗੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ, ਜਿਹੜਾ ਕੁਆਰੰਟਾਈਨ ਦਾ ਟਾਈਮ ਹੈਗਾ 14 ਦਿਨ ਦਾ, ਕਿਸੇ ਦੀ ਬੰਦੇ ਨੂੰ ਕੋਈ ਬਾਹਰੋਂ ਆਇਆ ਤੇ ਉਹਨੂੰ 14 ਦਿਨ ਰੱਖ ਕੇ ਕੁਆਰੰਟਾਈਨ ਕਰਦੇ। ਤੇ ਸਾਡੇ ਕੋਲ ਤੋਂ ਇਹ 40-50 ਦਿਨ ਤੋਂ ਸੀਗੇ। ਕਿਸੇ ਨੂੰ ਕਿਸੇ ਪ੍ਰਕਾਰ ਦੇ ਕੋਈ ਲੱਛਣ ਨਹੀਂ ਸੀਗੇ, ਕਿਸੇ ਨੂੰ ਖੰਘ ਨਹੀਂ, ਬੁਖਾਰ ਨਹੀਂ, ਨਾ ਸਰਦੀ, ਨਾ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਤਕਲੀਫ ਨਹੀਂ ਸੀਗੀ। ਰਹਿਣ ਨੂੰ ਇਹਨਾਂ ਨੂੰ ਇੱਥੇ 에ਅਰ ਕੰਡੀਸ਼ਨ ਕਮਰੇ ਸੀਗੇ ਸਾਡੇ ਕੋਲ, ਤੇ ਬਾਕੀ ਖਾਣ ਨੂੰ ਸਵੇਰੇ ਨਾਸ਼ਤਾ, ਚਾਹ ਤੇ ਸਾਰਾ ਕੁਝ ਇੱਥੇ ਸੀਗਾ। ਦੁਪਹਿਰ ਦਾ ਲੰਗਰ, ਸ਼ਾਮ ਦਾ ਲੰਗਰ, ਕਿਸੇ ਪ੍ਰਕਾਰ ਦੀ, ਸਿਰਫ ਇੰਨਾ ਹੀ ਸੀਗਾ ਉਹ ਆਪਣੇ ਪਰਿਵਾਰ ਚੋਂ ਦੂਰ ਸੀਗੇ। ਬਾਕੀ ਇਹਨਾਂ ਨੂੰ ਇੱਥੇ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਹੀਂ ਸੀਗੀ। ਸਾਰੇ ਇੱਥੇ ਰਾਜੀ ਖੁਸ਼ੀ ਸੀਗੇ। ਸਿਰਫ ਬਾਰ-ਬਾਰ ਇਹੀ ਕਹਿੰਦੇ ਸੀ ਸਾਨੂੰ ਕਿ ਸਾਨੂੰ ਪਰਿਵਾਰਾਂ ਕੋਲ ਜਾਣਾ ਹੈਗਾ, ਸਾਡੇ ਪਰਿਵਾਰ ਦੀ ਯਾਦ ਸਾਨੂੰ ਆਉਣ ਲੱਗੀ ਹੈਗੀ। ਸਾਡੇ ਬੱਚੇ ਉੱਥੇ ਛੋਟੇ-ਛੋਟੇ ਹੈਗੇ, ਬਜ਼ੁਰਗ ਮਾਂ ਪਿਓ ਹੈਗੇ, ਕਿਸੇ ਦੇ ਕਣਕ ਕੱਟਣੀ ਹੈਗੀ, ਤੇ ਇਹੀ ਸਾਨੂੰ ਆ ਕੇ ਬਾਰ-ਬਾਰ ਕਹਿੰਦੇ ਸੀਗੇ। ਅੱਛਾ, ਇਹਨਾਂ ਦੇ ਜਿਹੜੇ ਰਹਿਣ ਸਹਿਣ ਦਾ ਇੰਤਜ਼ਾਮ ਸੀਗਾ ਤੁਹਾਡੇ ਕੋਲ, ਜੋ ਸਰਾਵਾਂ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਇੰਤਜ਼ਾਮ ਸੀਗਾ? ਕਿੰਨੇ ਲੋਕੀ ਰਹਿ ਸਕਦੇ ਆ ਤੁਹਾਡੀਆਂ ਸਰਾਵਾਂ ਦੇ ਵਿੱਚ? ਇਹ ਇੱਕ ਕਮਰੇ 'ਚ ਬੰਦ ਇਹਨਾਂ ਨੂੰ ਇੰਤਜ਼ਾਮ ਕੀਤਾ ਸੀ ਜਾਂ ਕਿਸੇ ਹਾਲ ਦੇ ਵਿੱਚ ਰਹਿ ਰਹੇ ਸੀਗੇ ਇਹ ਸਾਰੇ? ਨਹੀਂ, ਸੈਪਰੇਟ ਕਮਰੇ, ਸਾਰਿਆਂ ਨੂੰ ਸੈਪਰੇਟ ਕਮਰੇ ਦਿੱਤੇ ਸੀ। ਸਭ ਨੂੰ ਸੈਪਰੇਟ ਕਮਰੇ ਦਿੱਤੇ ਹੋਏ ਸੀ? ਸੈਪਰੇਟ ਕਮਰੇ, ਸਾਰੀ ਸੰਗਤ ਨੂੰ ਸੈਪਰੇਟ ਕਮਰੇ ਦਿੱਤੇ ਸੀ। ਠੀਕ ਹੈ। ਤੇ ਇਹਨਾਂ ਦਾ ਜਿਹੜਾ ਲੰਗਰ ਦਾ ਇੰਤਜ਼ਾਮ ਹੋ ਰਿਹਾ ਸੀ ਉਹ ਫਿਰ ਸਵੇਰੇ ਸ਼ਾਮ ਇਹਨਾਂ ਦੇ ਕਮਰਿਆਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਸੀ ਜੀ? ਨਹੀਂ, ਉਹ ਲੰਗਰ ਹਾਲ ਵਿੱਚ ਵੀ ਆ ਕੇ ਕੋਈ ਛਕਦੇ ਸੀ, ਕੋਈ ਕਿਸੇ ਨੂੰ ਕਮਰੇ ਵਿੱਚ ਵੀ ਭੇਜ ਦਿੰਦੇ ਸੀ। ਠੀਕ ਹੈ। ਤਾਂ ਇਸ ਦੌਰਾਨ ਜਦੋਂ ਇਹਨਾਂ ਨੂੰ ਇੱਥੇ ਕਾਫੀ ਇਸ ਨੂੰ ਲੈ ਕੇ ਜਦੋਂ ਰੌਲਾ ਪੈਣਾ ਸ਼ੁਰੂ ਹੋਇਆ, ਜਦੋਂ ਅਕਾਲੀ ਦਲ ਦੇ ਵੱਲੋਂ ਵੀ ਇਹ ਆਵਾਜ਼ ਉੱਠਣੀ ਸ਼ੁਰੂ ਹੋਈ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ, ਉਸ ਤੋਂ ਬਾਅਦ ਜਿਹੜੀਆਂ ਅਥਾਰਟੀਜ਼ ਸੀਗੀਆਂ ਮਹਾਰਾਸ਼ਟਰ ਸਰਕਾਰ ਦੀਆਂ, ਉਹਨਾਂ ਦੇ ਵੱਲੋਂ ਕੰਟੈਕਟ ਤੁਹਾਡੇ ਨਾਲ ਫਿਰ ਕੀਤਾ ਜਾਣਾ ਸ਼ੁਰੂ ਕੀਤਾ ਜਾਂ ਪਹਿਲਾਂ ਤੋਂ ਹੀ ਕਰ ਰਹੇ ਸੀਗੇ ਉਹ? ਅਸੀਂ ਆਪ ਵੀ, ਜ਼ਿਲ੍ਹਾ ਪ੍ਰਸ਼ਾਸਨ,
ਸੰਗਤ ਦੀ ਬਾਰ-ਬਾਰ ਬੇਨਤੀ ਸਾਨੂੰ ਇਹ ਹੁੰਦੀ ਸੀ ਦਫ਼ਤਰ ਆ ਕੇ ਸਾਡੇ ਕਿ ਸਾਨੂੰ ਭੇਜਣ ਦਾ ਪ੍ਰਬੰਧ ਕੁਝ ਕਰੋ। ਅਸੀਂ ਚਿੱਠੀ ਲਿਖ ਕੇ ਉਹ ਸਾਰਿਆਂ ਦੀ ਲਿਸਟ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਨੂੰ ਦੇ ਕੇ ਕਿ ਬਾਰ-ਬਾਰ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਭੇਜਣ ਦੀ ਇਹਨਾਂ ਨੂੰ ਪਰਮਿਸ਼ਨ ਦਿਓ ਤੇ ਗੁਰਦੁਆਰਾ ਬੋਰਡ ਆਪਣੇ ਖਰਚੇ ਨਾਲ ਇਹਨਾਂ ਨੂੰ ਭੇਜੂਗਾ। ਤੇ ਇਹਨਾਂ ਨੂੰ ਜਦੋਂ ਤੋਂ ਸੀਗੇ ਉਦੋਂ ਤੋਂ ਮਹਾਨਗਰਪਾਲਿਕਾ ਦੀ ਟੀਮ ਹਰ 10 ਦਿਨਾਂ ਬਾਅਦ ਆ ਕੇ ਚੈੱਕ ਕਰਕੇ ਜਾਂਦੀ ਸੀ। ਜਾਣ ਤੋਂ ਪਹਿਲਾਂ ਵੀ ਇਹਨਾਂ ਨੂੰ ਸਾਰਿਆਂ ਨੂੰ ਸਕਰੀਨਿੰਗ ਕਰਵਾ ਕੇ ਇਹਨਾਂ ਨੂੰ ਅਸੀਂ ਭੇਜਿਆ। ਕਿਸੇ ਨੂੰ ਕਿਸੇ ਪ੍ਰਕਾਰ ਦੇ ਵੀ ਕੋਈ ਲੱਛਣ ਸੀ ਨਹੀਂ ਸੀਗੇ। ਤੁਹਾਡੇ ਕੋਲ ਕੋਈ ਰਜਿਸਟਰ ਵਗੈਰਾ ਮੇਨਟੇਨ ਕੀਤਾ ਸੀ ਰਵਿੰਦਰ ਜੀ, ਨਾਮ ਪਤੇ ਸਭ ਦੇ ਕਿ ਕੌਣ ਇਹ ਲੋਕ ਕਿੱਥੋਂ ਨੇ? ਸਾਰੇ ਕਲੈਕਟਰ ਆਫਿਸ ਨੂੰ ਅਸੀਂ ਲਿਸਟ ਬਣਾ ਕੇ ਦਿੱਤੀ ਹੋਈ ਹੈ ਕਿ ਕੌਣ ਕਿੱਥੇ ਦਾ ਹੈਗਾ, ਕਿਹੜੇ ਪਿੰਡ ਦਾ ਹੈਗਾ, ਕਿੰਨੇ ਬੰਦੇ ਹੈਗੇ। ਉਸੇ ਹਿਸਾਬ ਨਾਲ ਅਸੀਂ ਬੱਸਾਂ ਵਿੱਚ ਵੀ ਬਿਠਾ ਕੇ ਭੇਜਿਆ ਉਹਨਾਂ ਨੂੰ। ਇਹ ਪਿੰਡ ਦੀ ਇਹ ਬੱਸ, ਇਹ ਪਿੰਡ ਦੀ ਇਹ ਬੱਸ ਕਰਕੇ ਸਾਰਿਆਂ ਨੂੰ ਉਸੇ ਪ੍ਰਕਾਰ ਬਿਠਾ ਕੇ ਭੇਜਿਆ ਸੀ। ਤਾਂ ਤੁਸੀਂ ਰਵਿੰਦਰ ਜੀ ਫਿਰ ਕੀ ਸਮਝਦੇ ਹੋ ਜਦੋਂ ਉੱਥੋਂ ਇਹ ਚੱਲੇ ਮਹਾਰਾਸ਼ਟਰ ਤੋਂ, ਉਦੋਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਸਕਰੀਨਿੰਗ ਹੋਈ ਹੈ, ਖੈਰ ਟੈਸਟਿੰਗ ਤਾਂ ਨਹੀਂ ਹੋਈ ਹੈ, ਕੋਰੋਨਾ ਦੀ ਟੈਸਟਿੰਗ ਨਹੀਂ ਹੋਈ ਇਹਨਾਂ ਦੀ? ਗਵਰਨਮੈਂਟ ਦਾ ਗਾਈਡਲਾਈਨਸ ਹੈਗੇ ਗਵਰਨਮੈਂਟ ਦੇ, ਆਪ ਦੇ ਸੈਂਟਰ ਗਵਰਨਮੈਂਟ ਦੇ, ਕਿ ਜਿਸ ਨੂੰ ਕੋਈ ਸਿੰਪਟਮਸ ਹੈਗੇ ਉਹਦੀ ਹੀ ਟੈਸਟਿੰਗ ਕੀਤੀ ਜਾਵੇ। ਗਵਰਨਮੈਂਟ ਦੇ ਗਾਈਡਲਾਈਨਸ ਹੈਗੇ। ਬਿਲਕੁਲ ਹਾਂਜੀ ਬਿਲਕੁਲ। ਇਹ ਦਰਸ਼ਕਾਂ ਨੂੰ ਵੀ ਕਲੀਅਰ ਹੋ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਇਹ ਸਵਾਲ ਉਠਾਉਂਦੇ ਆ ਕਿ ਟੈਸਟਿੰਗ ਕਿਉਂ ਨਹੀਂ ਹੋਈ। ਹੁਣ ਟੈਸਟਿੰਗ ਦੇ ਪਿੱਛੇ ਗਵਰਨਮੈਂਟ ਦੀਆਂ 2 ਗਾਈਡਲਾਈਨਸ ਹੈ, ਉਹ ਸਾਰੇ ਦਰਸ਼ਕਾਂ ਨੂੰ ਗੱਲ ਬਹੁਤ ਕਲੀਅਰ ਹੋਣੀ ਚਾਹੀਦੀ ਹੈ। ਟੈਸਟਿੰਗ ਸਿਰਫ ਉਹਨਾਂ ਦੀ ਹੁੰਦੀ ਹੈ ਜਾਂ ਤਾਂ ਉਹ ਬਾਹਰੋਂ ਆਇਆ ਹੋਵੇ, ਟਰੈਵਲ ਹਿਸਟਰੀ ਉਹਦੀ ਕਿਸੇ ਫੋਰਨ ਕੰਟਰੀ ਦੀ ਹੋਵੇ, ਜਾਂ ਉਹ ਕਿਸੇ ਐਸੇ ਕੰਟੈਕਟ ਦੇ ਵਿੱਚ ਆਇਆ ਹੋਵੇ ਜਿਹੜਾ ਕੋਰੋਨਾ ਪੋਜ਼ਿਟਿਵ ਹੋਵੇ, ਜਾਂ ਕਿਸੇ ਨੂੰ ਲੱਛਣ ਹੋਣ। ਇਹ 3 ਮਾਪਦੰਡ ਸਰਕਾਰ ਦੇ ਵੱਲੋਂ ਤੈਅ ਕੀਤੇ ਗਏ ਹੈ। ਜੇ ਇਹ 3 ਮਾਪਦੰਡ ਦੇ ਵਿੱਚ ਕੋਈ ਵੀ ਬੰਦਾ ਆਉਂਦਾ ਹੈ ਤਾਂ ਉਹਦਾ ਹੀ ਕੋਰੋਨਾ ਟੈਸਟ ਹੈਲਥ ਡਿਪਾਰਟਮੈਂਟਸ ਕਰਦੇ ਆ, ਬਾਕੀਆਂ ਦਾ ਨਹੀਂ ਕਰਦੇ। ਸੋ ਬਹੁਤ ਸਾਰੇ ਲੋਕ ਇਹ ਸਵਾਲ ਉਠਾ ਰਹੇ ਕਿ ਉੱਥੋਂ ਉਹਨਾਂ ਦੇ ਟੈਸਟ ਕਿਉਂ ਨਹੀਂ ਹੋਏ। ਇਸ ਕਰਕੇ ਨਹੀਂ ਹੋਏ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦੇ ਜਿਹੜੇ 3 ਮਾਪਦੰਡ ਤੈਅ ਕੀਤੇ ਆ ਸਰਕਾਰ ਨੇ ਉਹਦੇ ਵਿੱਚ ਫਿੱਟ ਨਹੀਂ ਸੀ ਆਉਂਦੇ। ਇਸ ਕਰਕੇ ਸ਼ਾਇਦ ਰਵਿੰਦਰ ਜੀ ਉਹਨਾਂ ਦੇ ਜਿਹੜੇ ਟੈਸਟਿੰਗ ਨਹੀਂ ਹੋਏ ਕਿਉਂਕਿ ਉਹ ਕਿਸੇ ਵੀ 3 ਮਾਪਦੰਡਾਂ 'ਚ ਤੈਅ ਨਹੀਂ ਸੀਗੇ, ਆਉਂਦੇ ਨਹੀਂ। ਕਿਸੇ ਨੂੰ ਕਿਸੇ ਪ੍ਰਕਾਰ ਦੇ ਕੋਈ ਲੱਛਣ ਹੀ ਨਹੀਂ ਹੋਏ। ਦੇਸ਼ ਦੀ ਕੁੱਲ ਆਬਾਦੀ 135 ਕਰੋੜ ਦੇ ਕਰੀਬ ਹੈਗੀ, ਸਾਰਿਆਂ ਦੇ ਟੈਸਟਿੰਗ ਹੋਣ ਲੱਗੇ? ਕਿਸੇ ਦੇ ਵੀ ਨਹੀਂ ਹੋਣ ਲੱਗੇ। ਲੱਛਣ ਹੋਊਗਾ ਤੇ ਜਾ ਕੇ ਟੈਸਟਿੰਗ ਕਰਾਊਗਾ ਨਾ। ਆਪਣੀ ਤਬੀਅਤ ਖਰਾਬ ਵੀ ਨਹੀਂ ਹੈਗਾ, ਆਪਾਂ ਉਦੋਂ ਹੀ ਡਾਕਟਰ ਕੋਲ ਜਾ ਕੇ ਕਰਾਵਾਂਗੇ ਟੈਸਟ ਕਿ ਮੇਰੀ ਤਬੀਅਤ ਖਰਾਬ ਹੈ ਕਿ ਨਹੀਂ, ਵੇਖੋ ਕਰਕੇ। ਠੀਕ ਹੈ। ਅੱਛਾ, ਫਿਰ ਉਦੋਂ ਜਦੋਂ ਇਹਨਾਂ ਦੀ ਸਕਰੀਨਿੰਗ ਕਰਕੇ ਭੇਜੀ ਗਈ, ਸਕਰੀਨਿੰਗ ਟਾਈਮ ਟੂ ਟਾਈਮ ਮਹਾਰਾਸ਼ਟਰ ਸਰਕਾਰ ਕਰਦੀ ਰਹੀ ਹੈ ਇਹਨਾਂ ਦੀ? ਕੀ ਫਿਰ ਤੋਂ ਕਰਾਓ ਸਵਾਲ। ਸਕਰੀਨਿੰਗ ਹੈ ਜਿਹੜੀ ਇਹਨਾਂ ਦੀ, ਉਹ ਮਹਾਰਾਸ਼ਟਰ ਸਰਕਾਰ ਨੇ ਕਿੰਨੇ ਵਾਰ ਕੀਤੀ? 3 ਵਾਰੀ ਕੀਤੀ। 3 ਵਾਰੀ ਇਹਨਾਂ ਦੀ ਸਕਰੀਨਿੰਗ ਵੀ ਹੋਈ ਹੈ। ਉਸ ਸਕਰੀਨਿੰਗ ਦੇ ਵਿੱਚ ਵੀ ਕਿਸੇ ਨੂੰ ਕੋਈ ਲੱਛਣ ਨਹੀਂ ਆਇਆ? ਕੋਈ ਲੱਛਣ ਨਹੀਂ ਸੀਗਾ। ਤੁਸੀਂ ਆਪ ਸੰਗਤ ਦਾ, ਹਰ ਸੰਗਤ ਦਾ, ਇੱਕ ਸੰਗਤ ਦਾ ਇੰਟਰਵਿਊ ਲੈ ਸਕਦੇ। ਕਿਸੇ ਸੰਗਤ ਨੂੰ ਕਿਸੇ ਪ੍ਰਕਾਰ ਦੀ ਇੱਥੇ ਕੋਈ ਦਿੱਕਤ ਨਹੀਂ ਸੀਗੀ। ਠੀਕ ਹੈ। ਤਾਂ ਫਿਰ ਰਵਿੰਦਰ ਜੀ ਤੁਸੀਂ ਕੀ ਸਮਝਦੇ ਹੋ ਕਿ ਜਦੋਂ ਉੱਥੋਂ ਇਹ ਚੱਲੇ ਹੈ, 3 ਵਾਰ ਇਹਨਾਂ ਦੀ ਸਕਰੀਨਿੰਗ ਵੀ ਹੋਈ ਹੈ, ਇਹ ਠੀਕ ਸੀ, ਇਹਨਾਂ ਨੂੰ ਕੋਈ ਲੱਛਣ ਨਹੀਂ ਸੀ, ਇੱਥੇ ਆਉਂਦੇ ਹੋਏ ਆ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਅਜਿਹਾ ਕੀ ਹੋਇਆ ਕਿ ਕੋਰੋਨਾ ਪੋਜ਼ਿਟਿਵ ਹੋਏ? ਰਸਤੇ 'ਚ ਹੋਏ? ਰਸਤੇ ਵਿੱਚ ਇਹਨਾਂ ਨੂੰ ਮਹਾਰਾਸ਼ਟਰ ਦੇ ਬਾਅਦ ਮੱਧ ਪ੍ਰਦੇਸ਼ ਦੇ ਬਾਅਦ ਰਾਜਸਥਾਨ ਤੋਂ ਬਾਅਦ ਯੂਪੀ ਦਾ ਕੁਝ ਭਾਗ ਲੱਗਦਾ ਹੈਗਾ ਉਹਦੇ ਵਿੱਚੋਂ, ਤੇ ਫਿਰ ਹਰਿਆਣਾ ਦੇ ਬਾਅਦ ਪੰਜਾਬ। 36 ਘੰਟੇ ਦੀ ਜਰਨੀ ਹੈਗੀ। 36 ਘੰਟੇ ਦੀ ਜਰਨੀ ਵਿੱਚ ਬੰਦਾ ਕਿੰਨੇ ਵਾਰ ਥੱਲੇ ਉਤਰਦਾ? ਘੱਟ ਤੋਂ ਘੱਟ 6 ਘੰਟਿਆਂ ਵਿੱਚ ਤੇ ਥੱਲੇ ਉਤਰਦਾ ਹੀ ਉਤਰਦਾ। ਕਿਸੇ ਨੂੰ ਬਾਥਰੂਮ ਜਾਣਾ ਹੁੰਦਾ, ਕਿਸੇ ਨੂੰ ਲੰਗਰ ਛਕਣਾ ਹੁੰਦਾ, ਤੇ ਥੱਲੇ ਤੇ ਉਤਰਦਾ। ਕਿਸੇ ਨਾ ਕਿਸੇ ਦੇ ਵਿੱਚ ਕੰਟੈਕਟ ਦੇ ਵਿੱਚ ਆਇਆ ਹੀ ਹੋਣਾ ਨਾ। ਕੋਈ ਤਾਂ ਇੱਕ ਤੋਂ ਬੰਦਾ ਆਇਆ ਹੋਇਆ, ਚਾਹੇ 2 ਬੰਦੇ 10 ਬੰਦੇ, ਤੇ ਉਹਦੇ ਚੋਂ ਹੋ ਕੇ ਸਾਰੇ ਜਿਹੜੇ ਏਸੀ ਬੱਸਾਂ ਸੀਗੇ ਜਿਹੜੇ ਪੰਜਾਬ ਤੋਂ ਆਏ ਸੀਗੇ ਤੇ ਉਹਦੇ ਚੋਂ ਫੈਲਾ ਹੋਣਾ। ਤੇ ਇੱਥੋਂ ਜਿਹੜੇ ਵੀ ਸੰਗਤ ਗਈ ਸੀ, ਸਾਡਾ ਗ੍ਰੀਨ ਜ਼ੋਨ ਵਿੱਚ ਸੀਗਾ। ਹਜੂਰ ਸਾਹਿਬ ਜਿਹੜਾ ਸੀਗਾ ਨਾ, ਗ੍ਰੀਨ ਜ਼ੋਨ ਵਿੱਚ ਸੀਗਾ। ਇੱਥੇ ਕਿਸੇ ਪ੍ਰਕਾਰ ਦਾ ਕਿਸੇ ਨੂੰ ਵੀ ਇੱਕ ਵੀ ਲੱਛਣ ਨਹੀਂ ਸੀਗਾ। ਹੁਣ ਵੀ ਜਿਹੜੇ ਪੰਜਾਬ ਤੋਂ ਸਾਡੇ ਸੰਗਤ ਛੱਡ ਕੇ ਡਰਾਈਵਰਾਂ ਆਈਆਂ, ਉਹਨਾਂ ਨੂੰ ਹੀ ਹੋਇਆ ਹੈਗਾ। ਜਿਹੜੀ ਸੰਗਤ ਦੇ ਵਿੱਚ ਜਿਹੜੇ ਸਾਡੇ ਸੇਵਾਦਾਰ ਸੀਗੇ ਬਾਬਾ ਜੀ ਦੇ, ਉਹਨਾਂ ਨੂੰ ਹੀ ਹੋਇਆ ਹੈਗਾ।
ਬਾਕੀ ਕਿਸੇ ਨੂੰ ਵੀ ਹਜੂਰ ਸਾਹਿਬ ਦੇ ਕਿਸੇ ਸੰਗਤ ਨੂੰ ਕਿਸੇ ਨੂੰ ਵੀ ਕੁਝ ਨਹੀਂ ਹੋਇਆ। ਮੈਂ ਆਪ ਸਾਰੇ ਸੰਗਤ ਦੇ ਵਿੱਚ ਸੀ। ਠੀਕ ਹੈ, ਜਦੋਂ ਜਿਹੜੇ ਲੋਕ ਇਸ ਸੰਗਤ ਦੇ ਵਿੱਚ ਰਹੇ ਹੈ, ਤੁਹਾਡੇ ਲੰਗਰ ਵਰਤਾਉਣ ਵਾਲੇ ਸੇਵਾਦਾਰ ਵੀ ਰਹੇ ਹੋਣੇ, ਤੁਸੀਂ ਵੀ ਜਿਹੜੀ ਇਹ ਸੰਗਤ ਹੈ ਉਹਦੇ ਇਨ ਟੱਚ ਰਹੇ ਹੋਵੋਗੇ, ਉਹ ਸਾਰੇ ਠੀਕ ਨੇ? ਸਾਰੇ ਠੀਕ ਨੇ, ਸਾਰੇ ਠੀਕ ਹੈਗੇ। ਜਦੋਂ ਤੋਂ ਸੰਗਤ ਛੱਡ ਕੇ ਆਏ, ਸਾਡੇ ਜਿਹੜੇ 4 ਡਰਾਈਵਰਾਂ ਨੂੰ ਹੋ ਗਿਆ ਤੇ ਕੁਝ ਸੇਵਾਦਾਰ ਜਿਹੜੇ ਸੀਗੇ ਸਾਡੇ, ਉਹ ਸੰਗਤ ਦੇ ਛੱਡਣ ਤੋਂ ਨਾਲ ਵੀ ਗਏ ਸੀ, ਉਹਨਾਂ ਨੂੰ ਹੋਇਆ। ਤੇ ਇੱਥੇ 29 ਬੰਦਿਆਂ ਨੂੰ ਹੋ ਗਿਆ ਕੋਰੋਨਾ ਦੀ ਪੋਜ਼ਿਟਿਵ ਪਾਏ ਗਏ। ਤੁਹਾਡੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚੋਂ 29 ਉਹ ਬੰਦੇ ਪੋਜ਼ਿਟਿਵ ਪਾਏ ਗਏ ਹੈ ਜਿਹੜੇ ਪੰਜਾਬ ਇਹਨਾਂ ਨੂੰ ਛੱਡਣ ਆਏ ਸੀ। ਹਾਂਜੀ, ਇਥੋਂ ਜਿਹੜੇ ਆਪਣੇ ਜਿਹੜੇ ਸੀਗੇ ਉਹ 26 ਲੋਕੀ ਸੀਗੇ ਜੀ, ਨਹੀਂ 24 ਸੀਗੇ ਜਿਹੜੇ ਪੰਜਾਬ ਤੋਂ, ਉਹ 24 ਹੈਗੇ ਤੇ ਬਾਕੀ ਦੂਜੇ ਹੈਗੇ ਦੂਜੇ ਧਰਮਾਂ ਦੇ ਹੈਗੇ, ਇੱਥੇ ਦੇ ਜਿਹੜੇ ਹੈਗੇ ਕੰਟੈਕਟ ਦੇ ਵਿੱਚ ਆਏ ਹੋਣੇ। ਹਾਂ, ਉਹ ਇੱਥੇ ਦੇ ਹੀ ਸੀਗੇ। ਉਹਨਾਂ ਨੂੰ ਕਿਥੋਂ ਕੋਈ ਬਾਹਰੋਂ ਆਇਆ ਤੇ ਉਹਨਾਂ ਨੂੰ ਹੋਇਆ। ਅੱਛਾ, ਤੁਹਾਡੇ ਵੱਲੋਂ ਕਿੰਨੀਆਂ ਬੱਸਾਂ ਭੇਜੀਆਂ ਗਈਆਂ ਸੀ? ਸਭ ਤੋਂ ਪਹਿਲਾਂ 10 ਬੱਸਾਂ ਭੇਜੀਆਂ ਗਈਆਂ। ਦੂਜੇ ਦਿਨ ਕੁਝ ਪ੍ਰਾਈਵੇਟ ਗੱਡੀਆਂ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਪਰਮਿਸ਼ਨ ਮਿਲ ਗਈ, ਕਦੋਂ ਬੰਦ ਹੋ ਜਾਊਗੀ ਕੋਈ ਭਰੋਸਾ ਨਹੀਂ ਹੈਗਾ। ਤੇ ਉਸ ਕਰਕੇ ਸੰਗਤ ਨੇ ਆਪ ਵੀ ਪ੍ਰਾਈਵੇਟ ਗੱਡੀਆਂ ਕਰਕੇ ਘੱਟ ਤੋਂ ਘੱਟ 300 ਬੰਦਾ ਪ੍ਰਾਈਵੇਟ ਗੱਡੀਆਂ ਕਰਕੇ ਚਲਾ ਗਿਆ। ਤੇ ਫਿਰ 13 ਬੱਸਾਂ ਫਿਰ ਭੇਜੀਆਂ ਅਸੀਂ ਸਾਡੇ ਵੱਲੋਂ। ਬਾਅਦ ਪੰਜਾਬ ਸਰਕਾਰ ਦੀਆਂ ਬੱਸਾਂ ਆਈਆਂ, 80 ਬੱਸਾਂ ਪੰਜਾਬ ਸਰਕਾਰ ਦੀਆਂ ਆਈਆਂ। ਅੱਛਾ, ਇੱਕ ਇਹ ਵੀ ਸੁਣਨ ਦੇ ਵਿੱਚ ਆਇਆ ਰਵਿੰਦਰ ਜੀ ਕਿ ਸਭ ਤੋਂ ਪਹਿਲੇ ਜਿਹੜੇ ਕੇਸ ਆਏ ਸਾਡੇ ਇੱਥੇ ਪੰਜਾਬ ਦੇ ਵਿੱਚ, ਉਹ ਆਏ ਤਰਨਤਾਰਨ ਤੋਂ, ਸੁਰ ਸਿੰਘ ਵਾਲਾ ਪਿੰਡ ਤੋਂ। ਉਹ ਜਿਹੜੇ ਆਏ ਸੀ ਉਹ ਆਪਣੀ ਬੋਲੈਰੋ ਗੱਡੀ ਤੇ, ਕੁਝ ਟੈਂਪੋ ਟਰੈਵਲਰ ਤੇ ਆਏ ਸੀ, ਉਹ ਆਪਣੀਆਂ ਪ੍ਰਾਈਵੇਟ ਗੱਡੀਆਂ ਦੇ ਵਿੱਚ ਆਏ ਸੀ। ਹਾਲਾਂਕਿ ਉਹ ਅਸਿੰਪਟੋਮੈਟਿਕ ਨੇ, ਉਹਨਾਂ ਨੂੰ ਲੱਛਣ ਕੋਈ ਨਹੀਂ ਸੀ, ਪਰ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ। ਉਹ ਰਸਤੇ ਚ ਆਉਂਦੇ ਹੋਏ ਉਹ ਵੀ ਰਸਤੇ ਚ ਹੀ ਕਿਤੇ ਇਨਫੈਕਟ ਹੋਏ ਆ? ਫਿਰ ਉਹਨਾਂ ਨੂੰ ਐਮਪੀ ਮੱਧ ਪ੍ਰਦੇਸ਼ ਵਿੱਚ ਪੁਲਿਸ ਨੇ ਰੋਕ ਲਿੱਤਾ ਸੀਗਾ। ਪੁਲਿਸ ਨੇ ਇਹ ਕਰਕੇ ਰੋਕਿਆ ਇਹਨਾਂ ਨੂੰ ਕਿ ਇਹ ਪ੍ਰਾਈਵੇਟ ਗੱਡੀਆਂ ਤੇ ਕਿੱਦਾਂ ਜਾ ਰਹੇ, ਕਿਉਂਕਿ ਗੁਰਦੁਆਰਾ ਬੋਰਡ ਨੇ ਵੀ ਟਰੈਵਲਸ ਬੁੱਕ ਕੀਤੇ ਸੀਗੇ ਬੱਸਾਂ ਰਾਹੀਂ। ਚੈਨਲ ਅਤੇ ਵੀ ਚੱਲ ਰਿਹਾ ਸੀਗਾ ਕਿ ਅਸੀਂ ਬੱਸਾਂ ਰਾਹੀਂ ਸੰਗਤ ਨੂੰ ਬੁਲਾਉਣ ਲੱਗੇ ਕਰਕੇ। ਉਸ ਕਰਕੇ ਉਹਨਾਂ ਨੂੰ ਰੋਕ ਕੇ ਇੱਕ ਦਿਨ ਉਹਨਾਂ ਨੂੰ ਇੱਕ ਸਕੂਲ ਵਿੱਚ ਰੱਖ ਦਿੱਤਾ ਸੀਗਾ ਤੇ ਉੱਥੋਂ ਹੀ ਉਹ ਲੋਕੀ ਕੰਟੈਕਟ ਵਿੱਚ ਆਏ। ਜਿਹੜੇ ਤਰਨਤਾਰਨ ਆਏ ਆ ਉਹ ਅੰਮ੍ਰਿਤਸਰ ਦੇ ਸਕੂਲ ਚ ਰੱਖਤੇ ਗਏ ਸੀ। ਹਾਂ ਜੀ, ਇਹ ਵੱਡੀ ਗੱਲ ਹੈਗੀ ਜਿਹੜੀ ਇਹ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਣੀ। ਅੱਛਾ, ਉੱਥੋਂ ਫਿਰ ਇਹ ਕੰਟੈਕਟ ਦੇ ਵਿੱਚ ਕਿਤੋਂ ਆਏ ਹੈ, ਮਤਲਬ ਪੋਟੈਂਸ਼ੀਅਲ ਕੰਟੈਕਟ ਉੱਥੋਂ ਹੋਇਆ ਕਿਸੇ ਦਾ? ਬਿਲਕੁਲ। ਠੀਕ ਹੈ। ਅੱਛਾ, ਉਸ ਤੋਂ ਬਾਅਦ ਜਿਹੜੇ ਤੁਹਾਡੇ ਮਹਾਰਾਸ਼ਟਰ ਦੇ ਮੰਤਰੀ ਨੇ, PWD ਮਿਨਿਸਟਰ ਨੇ ਅਸ਼ੋਕ ਚੌਹਾਨ, ਉਹ ਵੀ ਹੁਣ ਭਾਂਡਾ ਹੈ ਜਿਹੜਾ ਉਹ ਪੰਜਾਬ ਦੇ ਸਿਰ ਭੰਨ ਰਹੇ ਆ। ਉਹ ਕਹਿ ਰਹੇ ਆ ਕਿ ਪੰਜਾਬ ਤੋਂ ਆਇਆ ਕੋਰੋਨਾ। ਮਤਲਬ ਜਿਹੜੇ ਸ਼ਰਧਾਲੂ ਹੈ ਉਹ ਪੰਜਾਬ ਤੋਂ ਜਦੋਂ ਆਏ ਔਰ ਤੁਹਾਡੇ ਕੋਲ ਜਿੰਨੀ ਦੇਰ ਤੱਕ ਰਹੇ ਹੈ, ਉਦੋਂ ਤੱਕ ਤਾਂ ਉਹਨਾਂ ਨੂੰ ਕੋਈ ਲੱਛਣ ਨਹੀਂ ਸੀ ਨਾ? ਕਿਸੇ ਨੂੰ ਕਿਸੇ ਪ੍ਰਕਾਰ ਦੇ ਕੋਈ ਲੱਛਣ। ਤਾਂ ਜਿਹੜੇ ਤੁਹਾਡੇ 24 ਲੋਕ ਇਹਨਾਂ ਨੂੰ ਛੱਡਣ ਆਏ ਹੈ, ਉਹਨਾਂ ਦੇ ਰਾਹੀਂ ਫਿਰ ਵਾਪਸ ਗਿਆ ਕੋਰੋਨਾ ਮਹਾਰਾਸ਼ਟਰ ਦੇ ਵਿੱਚ? ਹਾਂਜੀ, ਬਿਲਕੁਲ। ਉਹਨਾਂ ਨੂੰ ਬਾਅਦ ਜਿਹੜੇ ਛੱਡ ਕੇ ਆਏ ਸੀ ਉਹਨਾਂ ਨੂੰ ਫਿਰ ਇੱਥੇ ਹੋਇਆ। ਪਹਿਲਾਂ ਇੱਕ ਡਰਾਈਵਰ ਆਇਆ ਸੀਗਾ, ਪਹਿਲਾਂ ਉਹਨੂੰ ਹੋਇਆ। ਬਾਅਦ 3 ਡਰਾਈਵਰ ਆਏ, ਉਹਨਾਂ ਨੂੰ ਹੋਇਆ। ਬਾਅਦ ਫਿਰ 20 ਲੋਕਾਂ ਸਾਡੇ ਸੇਵਾਦਾਰ ਨੂੰ ਚੈੱਕ ਕੀਤਾ ਤੇ ਉਹਨਾਂ ਨੂੰ ਪਾਇਆ ਗਿਆ ਹੈ। ਠੀਕ ਹੈ। ਹੁਣ ਤੁਹਾਡੇ ਹਜ਼ੂਰ ਸਾਹਿਬ ਨਾਂਦੇੜ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਪ੍ਰੈਮਿਸਿਸ ਦੇ ਵਿੱਚ ਕਿੰਨੇ ਕੁੱਲ ਲੋਕ ਨੇ ਔਰ ਹੁਣ ਉੱਥੇ ਪ੍ਰਸ਼ਾਸਨ ਦੇ ਵੱਲੋਂ ਫਿਰ ਉਹ ਏਰੀਆ ਕੰਟੇਨ ਕਰ ਦਿੱਤਾ ਗਿਆ? ਹਾਂਜੀ, ਕੰਟੇਨ ਕਰ ਦਿੱਤਾ ਗਿਆ ਹੈ। ਹੁਣ ਉੱਥੇ ਕੁੱਲ 29 ਲੋਕ ਨੇ ਰਵਿੰਦਰ ਜੀ? 29 ਹੈਗੇ, ਕੁੱਲ 29 ਹੈਗੇ ਨਾਂਦੇੜ ਜ਼ਿਲ੍ਹੇ ਵਿੱਚ। ਠੀਕ ਹੈ। ਤੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਹੁਣ ਫਿਰ ਸਾਰੇ ਜਿਹੜੇ ਹਜ਼ੂਰ ਸਾਹਿਬ ਦੇ ਵਿੱਚ ਜਿੰਨੇ ਲੋਕ ਨੇ ਸਭ ਦੇ ਟੈਸਟ ਹੋ ਰਹੇ? ਹੋ ਰਹੇ ਹੈਗੇ, ਸਾਰਿਆਂ ਦੇ ਹੋਣ ਲੱਗੇ। ਠੀਕ ਹੈ। ਜਿਹੜੀਆਂ ਤੁਹਾਡੇ ਵੱਲੋਂ ਬੱਸਾਂ ਭੇਜੀਆਂ ਗਈਆਂ ਸੀ ਰਵਿੰਦਰ ਜੀ, ਉਹ ਗੁਰਦੁਆਰਾ ਸਾਹਿਬ ਦੀਆਂ ਆਪਣੀਆਂ ਬੱਸਾਂ ਸੀ? ਨਹੀਂ, ਖੁਰਾਨਾ ਟਰੈਵਲਸ ਦੀ ਬੱਸਾਂ ਸੀਗੀਆਂ। ਸਾਡੇ ਜਿਹੜੇ ਪ੍ਰਧਾਨ ਹੈਗੇ ਭੁਪਿੰਦਰ ਸਿੰਘ ਜੀ ਮਿਨਾਸ ਔਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਜੀ ਬਾਵਾ, ਉਹਨਾਂ ਵੱਲੋਂ ਬੁੱਕ ਕਰਕੇ ਦਿੱਤੀਆਂ ਸੀਗਾ ਉਹਨਾਂ ਨੇ। ਉਹਦੇ ਪੈਸੇ ਵੀ ਉਹਨਾਂ ਨੇ ਦਿੱਤੇ। ਠੀਕ ਹੈ।
ਤਾਂ ਉਹ ਜਿਹੜੀਆਂ ਬੱਸਾਂ ਸੀ ਉਹਦੇ ਜਿਹੜੇ ਡਰਾਈਵਰ ਵਗੈਰਾ ਸੀ ਸਾਰੇ ਉਹ ਵੀ ਮਹਾਰਾਸ਼ਟਰ ਦੇ ਹੀ ਸੀਗੇ? हाँ जी, वो भी महाराष्ट्र ਦੇ ਸੀ। ਇਹ ਨਹੀਂ ਤੁਹਾਨੂੰ ਲੱਗਦਾ ਕਿ ਹੋ ਸਕਦਾ ਉਹਨਾਂ ਦੇ ਰਾਹੀਂ ਫੈਲਿਆ ਹੋਵੇ? ਨਹੀਂ, ਉਹ ਤੇ ਇੱਥੇ ਦੇ ਹੀ ਸੀਗੇ ਨਾ, ਹੂੰ। ਨੰਦੇੜ ਦੇ ਹੀ ਸੀਗੇ ਨਾ ਉਹ ਤੇ। ਅੱਛਾ, ਉਹ ਤੁਹਾਡੇ ਨਾਂਦੇੜ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਸੀਗੇ? ਨਾਂਦੇੜ ਡਿਸਟ੍ਰਿਕਟ ਦੇ ਵਿੱਚ ਹੀ ਸੀਗੇ ਨਾ ਉਹ। ਠੀਕ ਹੈ। ਉਹ ਸਾਰੇ ਮਤਲਬ ਸਿੱਖ ਭਾਈਚਾਰੇ ਦੇ ਸੀਗੇ ਜਾਂ ਹੋਰ ਸੀ? ਨਹੀਂ, ਜਿਹੜੇ ਦੂਜੇ हाँ जी, ਦੂਜੇ ਸਾਰੇ ਧਰਮਾਂ ਦੇ। ਅੱਛਾ, ਉਹਨਾਂ ਦੇ ਵਿੱਚੋਂ ਜਿਹੜੇ ਪੋਜ਼ਿਟਿਵ ਆਏ ਆ, ਜਿਹੜੇ ਤੁਹਾਡੀਆਂ ਬੱਸਾਂ ਤੇ ਆਏ ਸੀਗੇ, ਉਹ ਕਿੰਨੇ ਪੋਜ਼ਿਟਿਵ ਨਿਕਲੇ ਨੇ? ਤਿੰਨ ਪੋਜ਼ਿਟਿਵ ਨਿਕਲੇ। 3 ਡਰਾਈਵਰਸ? ਹਾਂਜੀ, ਉਹ 3 ਹੈਗਾ ਤੇ ਇੱਕ ਆਪਣਾ ਗੁਰਸਿੱਖ ਮੁੰਡਾ ਹੈਗਾ ਇੱਕ। ਠੀਕ ਹੈ। ਤੇ ਇਹ ਹੋ ਸਕਦਾ ਹੈ ਤੁਹਾਨੂੰ ਪੋਸਿਬਿਲਿਟੀ ਜਾਂ ਸੰਭਾਵਨਾ ਲੱਗਦੀ ਹੈ ਰਵਿੰਦਰ ਜੀ ਕਿ ਉਹ ਪਹਿਲਾਂ ਪੋਜ਼ਿਟਿਵ ਹੋਣ ਜਿਹੜੇ ਤੁਹਾਡੀਆਂ ਬੱਸਾਂ ਲੈ ਕੇ ਆਏ ਸੀ? ਹਾਂਜੀ, ਜਿਹੜੇ ਤੁਹਾਡੀਆਂ ਬੱਸਾਂ ਰਾਹੀਂ ਆਏ ਸੀ ਡਰਾਈਵਰ, ਉਹ ਹੋ ਸਕਦਾ ਪੋਜ਼ਿਟਿਵ ਹੋਣ ਪਹਿਲਾਂ ਤੋਂ? ਇਹ ਸੰਭਾਵਨਾ ਹੋ ਸਕਦੀ ਹੈ ਜਾਂ ਨਹੀਂ? ਨਹੀਂ, ਉਹ ਨੰਦੇੜ ਗ੍ਰੀਨ ਜ਼ੋਨ ਵਿੱਚ ਸੀਗਾ ਨਾ, ਕਿੱਦਾਂ ਹੋ ਸਕਦਾ? ਨੰਦੇੜ ਗ੍ਰੀਨ ਜ਼ੋਨ ਵਿੱਚ ਸੀਗਾ ਤੇ ਉਦਾਂ ਕਿੱਦਾਂ ਹੋ ਸਕਦਾ? ਠੀਕ ਹੈ, ਠੀਕ ਹੈ। ਅੱਛਾ, ਉਸ ਤੋਂ ਬਾਅਦ ਜਿਹੜਾ ਇਹ ਟਰੈਵਲ ਹੈ ਹਜ਼ੂਰ ਸਾਹਿਬ ਤੋਂ ਲੈ ਕੇ ਪੰਜਾਬ ਤੱਕ ਦਾ, ਫਿਰ ਇਹਨਾਂ ਦੇ ਜਿਹੜਾ ਰਸਤੇ ਦੇ ਵਿੱਚ, ਕਿਉਂਕਿ 36 ਘੰਟੇ ਦੀ ਯਾਤਰਾ ਹੈ, 36 ਘੰਟੇ ਦੇ ਵਿੱਚ 3 ਜਾਂ 4 ਵਾਰ ਉਹਨਾਂ ਨੇ ਰੋਟੀ ਵੀ ਖਾਣੀ ਹੈ। ਹਾਂਜੀ, ਪਾਣੀ ਦੀ ਵੀ ਲੋੜ ਹੈ, ਚਾਹ ਦੀ ਵੀ ਲੋੜ ਹੈ, ਕਿਤੇ ਉਹ ਉਤਰਨਗੇ ਵੀ, ਕਿਤੇ ਉਹਨਾਂ ਨੇ ਥੋੜੀ ਦੇਰ ਦੇ ਲਈ ਰੈਸਟ ਵੀ ਕਰਨੀ ਹੈ। ਤਾਂ ਇਹ ਜਿਹੜਾ ਖਾਣ ਪੀਣ ਦਾ ਰਸਤੇ ਦਾ ਇੰਤਜ਼ਾਮ ਸੀ, ਫਿਰ ਉਹ ਉਹਨਾਂ ਦਾ ਕਿੱਥੇ ਹੋਇਆ? ਬਾਕੀ ਕੁਝ ਐਮਪੀ ਦੀ ਸੰਗਤ ਨੇ ਲੰਗਰ ਦਾ ਬੰਦੋਬਸਤ ਕੀਤਾ ਸੀਗਾ ਤੇ ਕੁਝ ਰਾਜਸਥਾਨ ਦੇ ਵਿੱਚ ਕੋਈ ਨਾ ਕੋਈ ਗੁਰਸਿੱਖ ਨੇ ਆਪਣੇ ਵੱਲੋਂ ਜਿਹੜੀ ਸੇਵਾ ਹੋ ਸਕਦੀ ਉੱਥੇ ਲੰਗਰ ਦੀ ਸੇਵਾ ਕੀਤੀ ਸੀ ਉਹਨਾਂ ਨੇ ਵੀ। ਅਸੀਂ ਤੇ ਨਾਲ ਉਹਨਾਂ ਨੂੰ ਸੈਨੀਟਾਈਜ਼ਰ, ਮਾਸਕ ਤੇ ਲੰਗਰ ਸਾਰਾ ਦੇ ਕੇ ਭੇਜਿਆ ਸੀਗਾ। ਉਹਨਾਂ ਨੂੰ ਕਿੱਥੇ ਰੁਕਣ ਦੀ ਵੀ ਲੋੜ ਨਹੀਂ ਸੀਗੀ, ਮਗਰ ਸੰਗਤ ਨੇ ਉੱਥੇ ਬੱਸਾਂ ਸੰਗਤ ਆਰੀ ਕਰਕੇ ਇਹਨਾਂ ਦਿਨਾਂ ਤੋਂ ਜਿਹੜੀ ਫਸੀ ਹੋਈ ਸੀ, ਉਹ ਸੰਗਤ ਆਰੀ ਕਰਕੇ ਉਹਨਾਂ ਦੇ ਵਾਸਤੇ ਲੰਗਰ ਦੀ ਵਿਵਸਥਾ ਗੁਰਸਿੱਖ ਪਰਿਵਾਰਾਂ ਨੇ ਉੱਥੇ ਰਸਤੇ ਵਿੱਚ ਕੀਤੀ ਸੀ। ਤਾਂ ਇਹ ਸੰਭਾਵਨਾ ਇਹ ਹੋ ਸਕਦੀ ਹੈ ਰਵਿੰਦਰ ਜੀ ਕਿ ਇਹ ਲੋਕ ਹੈ ਜਿਹੜੇ ਰਸਤੇ ਦੇ ਵਿੱਚੋਂ ਕਿਤੇ ਪੋਜ਼ਿਟਿਵ ਹੋਏ ਹੋਣ? ਕਿਤੇ ਨਾ ਕਿਤੇ ਹੋਇਆ ਉਦਾਂ ਹੀ। 36 ਘੰਟੇ ਦੀ ਯਾਤਰਾ ਹੈ ਜਿਹੜੀ, 36 ਘੰਟੇ ਦੀ ਯਾਤਰਾ ਬੜੀ ਲੰਬੀ ਹੁੰਦੀ ਹੈ, ਰੁਕੇ ਵੀ ਹੈ, ਲੰਗਰ ਵੀ ਛਕਿਆ ਰਸਤੇ 'ਚ, ਇਹਨਾਂ ਨੇ ਰੋਟੀ ਖਾਧੀ ਹੈ, ਕਿਤੇ ਰੁਕੇ ਵੀ ਹੈ, ਕਿਸੇ ਦੇ ਕੰਟੈਕਟ ਦੇ ਵਿੱਚ ਵੀ ਆਏ ਹੈ। ਸੋ ਸੰਭਾਵਨਾ ਹੈ ਕਿ ਉੱਥੋਂ ਹੋਇਆ ਹੋਵੇ ਕਿਸੇ ਇੱਕ ਅੱਧੇ ਨੂੰ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਕਿਉਂਕਿ ਏਸੀ ਬੱਸਸ ਦੇ ਵਿੱਚ ਸੀਗੇ ਤਾਂ ਬੱਸ ਦਾ ਜਿਹੜਾ ਬੰਦ ਐਨਵਾਇਰਨਮੈਂਟ ਹੁੰਦਾ ਹੈ ਉਹਦੇ 'ਚ ਕਿਸੇ ਦਾ ਵੀ ਸਾਹ ਬਾਹਰ ਨਹੀਂ ਜਾਂਦਾ, ਤਾਂ ਉੱਥੋਂ ਸਾਰਾ ਘੁੰਮਦਾ ਰਹਿੰਦਾ ਹੈ, ਤਾਂ ਹੋ ਸਕਦਾ ਉੱਥੋਂ ਹੋਇਆ ਹੋ। ਹਾਂ, ਬਿਲਕੁਲ ਨਹੀਂ ਜਾਂਦਾ। ਤਾਂ ਹੁਣ ਜੋ ਨੈਸ਼ਨਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਭੰਡੀ ਪ੍ਰਚਾਰ ਹੋ ਰਿਹਾ ਹੈ, ਸੋਸ਼ਲ ਮੀਡੀਆ ਤੇ ਜਿਵੇਂ ਹੋ ਰਿਹਾ ਹੈ, ਉਹਨੂੰ ਦੇਖ ਕੇ ਜਿਹੜਾ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਹੈ ਉਹ ਥੋੜਾ ਨਿਰਾਸ਼ ਹੋਣਾ ਹੈ? ਸਾਨੂੰ ਬਹੁਤ ਤਕਲੀਫ ਹੋਣ ਲੱਗੀ। ਅਸੀਂ ਆਪ ਗੁਰੂ ਚਰਨਾਂ ਵਿੱਚ ਰੋਜ਼ ਅਰਦਾਸ ਕਰਨ ਲੱਗੇ, ਇਹ ਸੱਚੇ ਪਾਤਸ਼ਾਹ ਮਹਾਰਾਜ ਇਹ ਜਲਦ ਤੋਂ ਜਲਦ ਸਾਰੇ ਲੋਕੀ ਠੀਕ ਹੋਣ, ਕਿਉਂਕਿ ਤਖਤ ਸਾਹਿਬ ਦਾ ਨਾਂ ਬਾਰ-ਬਾਰ ਨਿਊਜ਼ ਚੈਨਲਾਂ ਰਾਹੀਂ ਵੇਖਣ ਲੱਗੇ ਅਸੀਂ। ਨਾਂਦੇੜ ਤੋਂ ਕੋਰੋਨਾ ਆਇਆ, ਨਾਂਦੇੜ ਤੋਂ ਕੋਰੋਨਾ ਆਇਆ, ਮਰਕਜ਼ ਦੇ ਬਾਅਦ ਕੋਰੋਨਾ ਨਾਂਦੇੜ ਤੋਂ। ਇਹ ਇੰਨੀ ਗਲਤ ਗੱਲ ਹੈਗੀ। ਵੇਖੋ, ਸਿੱਖ ਕੌਮ ਦਾ ਇਤਿਹਾਸ ਹੈਗਾ, ਜਦੋਂ ਵੀ ਕੁਰਬਾਨੀ ਦੇਣੀ ਹੋਏ ਸਿੱਖ ਸਭ ਤੋਂ ਪਹਿਲਾਂ ਸਭ ਤੋਂ ਅੱਗੇ ਰਹਿੰਦਾ। ਪੂਰੇ ਦੇਸ਼ ਦੇ ਵਿੱਚ ਕਦੋਂ ਵੀ ਦੇਸ਼ ਤੇ ਸੰਕਟ ਆਵੇ ਤੇ ਗੁਰਸਿੱਖ ਪਰਿਵਾਰ ਸਾਰੇ ਸਾਹਮਣੇ ਰਹਿੰਦੇ ਪਹਿਲਾਂ। ਤੇ ਲੰਗਰ ਦੀ ਵਿਵਸਥਾ ਹੋਵੇ ਕਿਸੇ ਵੀ ਪ੍ਰਕਾਰ ਦੀ, ਦੇਸ਼ ਦੇ ਨਾਲ ਗੁਰਸਿੱਖ ਪਰਿਵਾਰ ਗੁਰਸਿੱਖ ਸਾਰੇ ਖੜੇ ਰਹਿੰਦੇ। ਇਹ ਇੰਨਾ ਬੁਰਾ ਲੱਗਣ ਲੱਗਾ ਸਾਰਿਆਂ ਨੂੰ। ਤੁਹਾਡੇ ਚੈਨਲ ਦੇ ਰਾਹੀਂ ਮੈਂ ਹੱਥ ਜੋੜ ਕੇ ਕਹਿਣਾ ਚਾਹੁੰਦਾ ਹੈਗਾ ਕਿ ਇਹ ਬੰਦ ਕਰੋ, ਜਿਹੜਾ ਪ੍ਰਚਾਰ ਕਰਨ ਲੱਗੇ ਇਹ ਚੰਗੀ ਗੱਲ ਨਹੀਂ ਹੈਗੀ। ਤਖਤ ਸਾਹਿਬ ਦਾ ਨਾਂ ਖਰਾਬ ਕਰਨ ਲੱਗੇ, ਸਿੱਖਾਂ ਦਾ ਪਵਿੱਤਰ ਸਥਾਨ ਤਖਤ ਸਾਹਿਬ ਹੈਗਾ, ਇਹ ਨਾਂ ਖਰਾਬ ਨਾ ਕਰੋ। ਇਹ ਸਾਰੇ ਚੈਨਲ ਵਾਲਿਆਂ ਨੂੰ ਵੀ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਨਾ ਚਾਹੁੰਦੇ। ਤੇ ਇਹ ਕਿਹੜੇ ਸਟੇਟ ਵਿੱਚ ਕਿਹਦੀ ਸਰਕਾਰ ਹੈਗੀ, ਇਹ ਛੱਡ ਕੇ ਦੇਸ਼ ਤੇ ਪੂਰੇ ਸੰਕਟ ਹੈਗਾ ਤੇ ਦੇਸ਼ ਦੇ ਨਾਲ ਖੜੇ ਰਹਿਣ ਦੀ ਲੋੜ ਹੈਗੀ। ਇਹ ਕਿਸੇ
ਸਰਕਾਰ ਕਿਤੇ ਕਾਂਗਰਸ ਦੀ ਹੈਗੀ, ਕਿਤੇ ਬੀਜੇਪੀ ਦੀ ਹੈਗੀ, ਇਹ ਨਾ ਵੇਖੋ। ਸਿਰਫ ਦੇਸ਼ ਦੇ ਪੂਰੇ ਉੱਤੇ ਸੰਕਟ ਹੈਗਾ, ਉਹ ਦੇਸ਼ ਦੇ ਨਾਲ ਖੜੇ ਰਹੋ, ਦੇਸ਼ ਦੇ ਨਾਲ ਖੜੇ ਰਹਿ ਕੇ ਉਹਦਾ ਸਾਰੇ ਮਿਲ ਕੇ ਮੁਕਾਬਲਾ ਕਰੋ। ਇਹੀ ਕਹਿਣਾ ਚਾਹੁੰਦੇ ਆ ਤੁਹਾਡੇ ਚੈਨਲ ਤੋਂ ਰਾਹੀਂ ਅਸੀਂ। ਅੱਛਾ ਰਵਿੰਦਰ ਜੀ, ਇਹਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਤੇ ਚਿੱਕੜ ਸੁੱਟਣ ਦਾ ਮੌਕਾ ਮਿਲ ਗਿਆ ਹੈ। ਅਕਾਲੀ ਦਲ ਕਾਂਗਰਸ ਤੇ ਇਲਜ਼ਾਮ ਲਾ ਰਿਹਾ ਹੈ, ਕਾਂਗਰਸ ਦੇ ਵੱਲੋਂ ਇਲਜ਼ਾਮ ਅਕਾਲੀ ਦਲ ਤੇ ਲਾਇਆ ਜਾ ਰਿਹਾ ਹੈ। ਇਹ ਸਭ ਦੇ ਵਿਚਕਾਰ ਤੁਹਾਨੂੰ ਕੀ ਲੱਗਦਾ ਹੈ, ਜਿਹੜੀ ਇਮੇਜ ਜਾਂ ਜੋ ਇੱਕ ਪਾਕ ਪਵਿੱਤਰ ਜਿਹੜੀ ਤਸਵੀਰ ਤਖਤ ਸ਼੍ਰੀ ਨਾਂਦੇੜ ਸਾਹਿਬ ਦੀ ਹੈ, ਉਹਦੇ ਤੇ ਇਹ ਸਿਆਸਤ ਦੇ ਦਾਗ ਉਹਦੇ ਤੇ ਪੈ ਰਹੇ ਆ? ਵੇਖੋ, ਤਖਤ ਸਾਹਿਬ ਗੁਰੂ ਸਾਹਿਬ ਜੀ ਦਾ 10ਵੇਂ ਪਾਤਸ਼ਾਹ ਜੀ ਦਾ ਅੰਤਿਮ ਸਥਾਨ ਹੈਗਾ, ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਇੱਥੇ ਦਿੱਤੀ ਸੀ ਗੁਰੂ ਸਾਹਿਬ ਨੇ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਨੂੰ ਵੀ ਇੱਥੇ ਹੀ ਗੁਰਤਾ ਗੱਦੀ ਦਿੱਤੀ ਸੀਗੀ, ਤੇ ਉਸ ਕਰਕੇ ਮੈਂ ਸਾਰੇ ਹੀ ਜਿਹੜੇ ਵੀ ਪਾਰਟੀਆਂ ਹੈਗੇ ਜਿਹੜੇ ਇਹਦੇ ਤੇ ਸਿਆਸਤ ਕਰਨ ਲੱਗੇ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਇਹਦੇ ਤੇ ਸਿਆਸਤ ਨਾ ਕਰੋ। ਤੁਸੀਂ ਇਹ ਕਹੋ ਪੰਜਾਬ ਸਰਕਾਰ ਨੂੰ, ਇਹਨਾਂ ਦਾ ਚੰਗੇ ਤੇ ਚੰਗਾ ਇਲਾਜ ਕਰੋ, ਤੇ ਤੁਸੀਂ ਫਿਕਰ ਨਾ ਕਰੋ, ਅਸੀਂ ਵੀ ਤੁਹਾਡੇ ਨਾਲ ਖੜੇ ਹੈਗੇ। ਇਹ ਸਾਰੀ ਪਾਰਟੀਆਂ ਨੇ ਕਹਿਣਾ ਚਾਹੀਦਾ ਜੀ। ਰਵਿੰਦਰ ਜੀ, ਕੋਈ ਮੈਸੇਜ ਇਹਨਾਂ ਸ਼ਰਧਾਲੂਆਂ ਦੇ ਲਈ, ਪੂਰੇ ਪੰਜਾਬ ਦੇ ਲਈ, ਸਿਆਸਤਦਾਨਾਂ ਦੇ ਲਈ ਕੋਈ ਦੇਣਾ ਚਾਹੋਗੇ ਉਸ ਤੋਂ ਪਹਿਲਾਂ ਕਿ ਮੈਂ ਕਲੋਜ਼ ਕਰਾਂ? ਮੈਂ ਤੇ ਬਸ ਹੱਥ ਜੋੜ ਕੇ ਇਹੀ ਕਹਿਣਾ ਚਾਹੁੰਦਾ ਹੈ, ਅਸੀਂ ਰੋਜ਼ ਇੱਕ ਅਖੰਡ ਪਾਠ ਸਾਹਿਬ ਤਖਤ ਸਾਹਿਬ ਤੇ ਰੱਖ ਕੇ ਉਹਦੀ ਸਮਾਪਤੀ ਕਰਨ ਲੱਗੇ ਹੈਗੇ। ਹਰ ਇੱਕ ਦਿਨ ਅਸੀਂ ਤਖਤ ਸਾਹਿਬ ਤੇ ਅਖੰਡ ਪਾਠ ਦੀ ਸਮਾਪਤੀ ਹੋਣ ਲੱਗੀ ਤੇ ਅਰਦਾਸ ਕਰਨ ਲੱਗੇ, ਸੱਚੇ ਪਾਤਸ਼ਾਹ ਮਹਾਰਾਜ, ਇਹ ਜਿਹੜੇ ਕੋਰੋਨਾ ਬਿਮਾਰੀ ਆਈ ਹੋਈ ਹੈ, ਇਹਦੇ ਚੋਂ ਸਾਰਾ ਸੰਸਾਰ ਡੁੱਬਿਆ ਹੋਇਆ, ਇਹਦੇ ਚੋਂ ਬਾਹਰ ਕੱਢੋ, ਤੇ ਜਿਹੜੇ ਯਾਤਰੀ ਗਏ ਉਹ ਜਲਦ ਤੋਂ ਜਲਦ ਠੀਕ ਹੋਣ, ਆਪਣੇ ਘਰੇ ਜਾਣ, ਕਿਸੇ ਨੂੰ ਕਿਸੇ ਪ੍ਰਕਾਰ ਦਾ ਮੌਕਾ ਨਾ ਮਿਲੇ ਉਹਦੇ ਤੇ ਸਾਜ਼ਿਸ਼ ਕਰਨ ਦਾ। ਇਹੀ ਕਹਿਣਾ ਚਾਹੁੰਦੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਰਵਿੰਦਰ ਜੀ, ਤੁਸੀਂ ਵੀ ਸੇਫ ਰਹੋ, ਸੁਰੱਖਿਅਤ ਰਹੋ, ਔਰ ਬੜੀ ਜਲਦੀ ਉਮੀਦ ਕਰਦੇ, ਕਾਮਨਾ ਕਰਦੇ ਕਿ ਸਾਰੇ ਸ਼ਰਧਾਲੂ ਹੈ ਜਿਹੜੇ ਉਹ ਠੀਕ ਹੋ ਕੇ ਆਪਣੇ ਘਰਾਂ ਨੂੰ ਜਾਣ। ਬਹੁਤ ਸ਼ੁਕਰੀਆ ਤੁਹਾਡਾ।